ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ ਤੁਹਾਨੂੰ। ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਵਿਡ-19 ਦੇ ਚੱਲਦਿਆਂ ਤੁਹਾਡੇ ਤੱਕ ਉਹਨਾਂ ਸ਼ਖਸੀਅਤਾਂ ਨੂੰ ਰੂਬਰੂ ਲੈ ਕੇ ਆਈਏ ਜਿਨ੍ਹਾਂ ਦੇ ਕੋਲੋਂ ਅਸੀਂ ਕਵਿਤਾਵਾਂ ਸੁਣ ਸਕੀਏ, ਉਹਨਾਂ ਦੀ ਜੀਵਨੀ ਬਾਰੇ ਜਾਣ ਸਕੀਏ। ਸੋ ਸਾਡੇ ਆਪਣੇ ਸ਼ਹਿਰ 'ਚ ਬਹੁਤ ਸਾਰੇ ਰਾਈਟਰ ਨੇ, ਪਰ ਸਾਡੇ ਨਾਲ ਦੇ ਸ਼ਹਿਰ 'ਚ USA ਦੇ ਵਿੱਚ ਬਹੁਤ ਹੀ ਵਧੀਆ ਸ਼ਖਸੀਅਤਾਂ ਰਹਿੰਦੀਆਂ ਨੇ ਔਰ ਜਿਨ੍ਹਾਂ ਨੇ ਆਪਣਾ ਕੁਆਲਿਟੀ ਟਾਈਮ ਉਹਨਾਂ ਸ਼ਖਸੀਅਤਾਂ ਦੇ ਨਾਲ ਸਪੈਂਡ ਕੀਤਾ ਆ, ਉਹਨਾਂ ਦੇ ਨਾਲ ਆਪਣਾ ਟਾਈਮ ਬਿਤਾਇਆ ਜਿਨ੍ਹਾਂ ਨੂੰ ਹਮੇਸ਼ਾ ਅਸੀਂ ਪੜ੍ਹਦੇ ਹਾਂ ਤੇ ਉਹਨਾਂ ਦੇ ਬਾਰੇ ਜਾਣਨ ਦੀ ਸਾਨੂੰ ਉਤਸੁਕਤਾ ਜੀ ਰਹਿੰਦੀ ਆ। ਸੋ ਅੱਜ ਮੇਰੀ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਕਿਸੇ ਦੇ ਨਾਲ ਰੂਬਰੂ ਕਰਾਈਏ ਤੇ ਮੇਰੇ ਨਾਲ ਸਿਆਟਲ ਤੋਂ ਡਾਕਟਰ ਪ੍ਰੇਮ ਕੁਮਾਰ ਜੀ ਨੇ। ਬਹੁਤ ਹੀ ਇੱਕ ਕਹਿ ਲਓ ਕਿ ਸੁਲਝੀ ਹੋਈ ਸ਼ਖਸੀਅਤ ਆ, ਬਹੁਤ ਅੱਛੇ ਰਾਈਟਰ ਆ ਤੇ ਜ਼ਿੰਦਗੀ ਦੇ ਬਹੁਤ ਸਾਰੇ ਪਲ ਇਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਜੀ ਉਹਨਾਂ ਦੇ ਨਾਲ ਜਿਹੜੇ ਆਪਣੇ ਬਤਾਏ ਨੇ। ਸੋ ਉਹ ਵੀ ਸਾਂਝਾ ਤੁਹਾਡੇ ਨਾਲ ਪਾਉਂਦੇ ਆ, ਪਰ ਸਾਰਿਆਂ ਤੋਂ ਪਹਿਲਾਂ ਸਾਂਝਾ ਟੀਵੀ ਤੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਫਿਰ ਅਸੀਂ ਇਹਨਾਂ ਦੇ ਨਾਲ ਢੇਰ ਸਾਰੀਆਂ ਗੱਲਾਂ ਕਰਦੇ ਆ। ਸੋ ਡਾਕਟਰ ਪ੍ਰੇਮ ਕੁਮਾਰ ਜੀ, ਜੀ ਆਇਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ ਜੀ ਆਇਆਂ ਨੂੰ ਜੀ। ਤੁਸੀਂ ਆਪਣਾ ਟਾਈਮ ਦਿੱਤਾ, ਬਹੁਤ ਵਧੀਆ ਲੱਗਾ ਕਿ ਇਸ ਸਮੇਂ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਨਾਲ ਆ ਕੇ ਗੱਲਬਾਤ ਕਰ ਰਹੇ ਹੋ। ਵਰਕ ਫਰੋਮ ਹੋਮ ਸਾਰੇ ਕਰ ਰਹੇ ਹੈਗੇ ਆ ਕਿਉਂਕਿ ਕੋਵਿਡ-19 ਤੋਂ ਸਾਰੇ ਹੀ ਬਚਣਾ ਚਾਹੁੰਦੇ ਨੇ ਔਰ ਖਿਆਲ ਵੀ ਆਪੋ ਆਪਣੇ ਪਰਿਵਾਰਾਂ ਦਾ ਰੱਖਣਾ ਚਾਹੁੰਦੇ ਨੇ। ਸੋ ਮੈਂ ਚਾਹੂੰਗੀ ਕਿ ਤੁਸੀਂ ਆਪਣੇ ਸ਼ਹਿਰ ਬਾਰੇ ਪਹਿਲਾਂ ਸਾਨੂੰ ਦੱਸੋ ਕਿ ਤੁਹਾਡੇ ਸ਼ਹਿਰ ਦੀ ਕੀ ਸਥਿਤੀ ਹੈਗੀ ਆ, ਕਿਵੇਂ ਕੋਵਿਡ-19 ਨੂੰ ਲੈ ਕੇ ਤੁਹਾਡੇ ਸ਼ਹਿਰ ਦੇ ਹਾਲਾਤ ਨੇ। ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਕਿ ਵਾਸ਼ਿੰਗਟਨ ਸਟੇਟ ਬਾਕੀ ਸਟੇਟਸ ਨਾਲੋਂ ਥੋੜੀ ਐਡਵਾਂਸਡ ਹੈ ਔਰ ਉਹਦਾ ਮੇਨ ਰੀਜ਼ਨ ਇਹ ਸੀ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਜ਼ਰੂਰੀ ਸਟੈਪਸ ਲੈਣੇ ਹੁੰਦੇ ਆ, ਆਪਣੇ ਪ੍ਰੀਕਾਸ਼ਨਸ, ਉਹ ਸ਼ੁਰੂ ਕਰ ਦਿੱਤੇ ਸੀ। ਸੋ ਉਸ ਲਹਿਜ਼ੇ ਨਾਲ ਵਾਸ਼ਿੰਗਟਨ ਸਟੇਟ ਔਰ ਖਾਸ ਕਰ ਸਾਡਾ ਸ਼ਹਿਰ ਸਿਐਟਲ ਬਾਕੀ ਸ਼ਹਿਰਾਂ ਨਾਲੋਂ ਥੋੜਾ ਜ਼ਿਆਦਾ ਸੁਰੱਖਿਅਤ ਹੈ ਜੀ। ਦੂਸਰੇ ਇਹ ਹੈ ਕਿ ਸਿਐਟਲ ਦੀ ਜ਼ਿਆਦਾ ਪਾਪੂਲੇਸ਼ਨ ਯੰਗ ਪਾਪੂਲੇਸ਼ਨ ਹੈ। ਤੁਹਾਨੂੰ ਪਤਾ ਹੈ IT ਸਿਟੀ ਹੈ ਸਿਐਟਲ, ਸਿਲੀਕਾਨ ਵੈਲੀ ਤੋਂ ਨੈਕਸਟ। ਸੋ ਬਹੁਤ ਸਾਰੀ ਯੰਗਰ ਜਨਰੇਸ਼ਨ ਇੱਥੇ ਹੈ ਜਿਹੜੇ ਸਮਝਦੇ ਨੇ ਕਿ ਇਹ ਕੋਵਿਡ ਜਿਹੜੀ ਮਹਾਮਾਰੀ ਆ ਗਲੋਬਲ ਲੈਵਲ ਤੇ, ਇਹਦੇ ਨਾਲ ਕਿਸ ਤਰ੍ਹਾਂ ਡੀਲ ਕਰਨਾ। ਸੋ ਇੱਥੇ ਉਹ ਸਿਚੁਏਸ਼ਨ ਨਹੀਂ ਜਿਹੜੀ ਬਾਕੀ ਵੱਡੇ ਸ਼ਹਿਰਾਂ ਦੇ ਵਿੱਚ ਨਿਊਯਾਰਕ, ਬਾਸਟਨ, ਸ਼ਿਕਾਗੋ ਵਗੈਰਾ ਵਿੱਚ ਹੈ। ਕੁਝ ਲੋਕ ਪ੍ਰੋਟੈਸਟ ਕਰ ਰਹੇ ਹੈ ਕਿ ਵੀ ਡੋਨਟ ਵਾਂਟ ਟੂ ਸਟੇ ਹੋਮ, ਓਪਨ ਦੀ ਮਾਰਕੀਟਸ, ਐਵਰੀਥਿੰਗ। ਇੱਥੇ ਉਹ ਨਹੀਂ। ਸੋ ਇਸ ਵਾਸਤੇ ਅਸੀਂ ਥੋੜੇ ਸੁਰੱਖਿਅਤ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ ਜੀ। ਸੋ ਕੋਈ ਲਾਕਡਾਊਨ ਨਹੀਂ, ਕੋਈ ਕੰਮਾਂ ਕਾਰਾਂ ਨੂੰ ਫਰਕ ਖਾਸ ਨਹੀਂ ਪਿਆ ਕੋਵਿਡ ਨੂੰ ਲੈ ਕੇ ਸਿਐਟਲ ਦੀ ਜੇ ਗੱਲ ਕਰੀਏ? ਨਹੀਂ ਜੀ, ਲਾਕਡਾਊਨ ਇਨ ਅ ਸੈਂਸ ਹੈ ਪਰ ਥੋੜਾ ਫਲੈਕਸੀਬਲ ਲਾਕਡਾਊਨ ਹੈ। ਔਰ ਦੂਜੇ ਇਹ ਹੈ ਕਿ ਇਹ ਚੋਇਸ ਜਿਹੜੀ ਕੁਝ ਸਟੇਟਸ ਵਿੱਚ ਹੈ ਕਿ ਈਦਰ 100% ਓਪਨ ਔਰ 100% ਲਾਕਡਾਊਨ, ਉਹ ਸਿਚੁਏਸ਼ਨ ਇੱਥੇ ਨਹੀਂ। ਦੇ ਆਰ ਡੂਇੰਗ ਇਟ ਗ੍ਰੈਜੂਅਲੀ ਕਿ ਜਿਹੜੀਆਂ ਚੀਜ਼ਾਂ ਦੀ ਜ਼ਿਆਦਾ ਅਹਿਮੀਅਤ ਹੈ, ਲੋਕਾਂ ਨੂੰ ਜ਼ਰੂਰਤ ਹੈ, ਉਹਨਾਂ ਨੂੰ ਸਟੇਜ ਬਾਈ ਸਟੇਜ, ਸਟੈਪ ਬਾਈ ਸਟੈਪ ਓਪਨ ਕੀਤਾ ਜਾਵੇ ਰਾਦਰ ਦੈਨ ਕਿ ਸਾਰਾ ਸਿਟੀ ਇੱਕਦਮ ਓਪਨ ਹੋ ਜਾਵੇ ਜੀ। ਔਰ ਡਾਕਟਰ ਪ੍ਰੇਮ ਜੀ, ਆਪਾਂ ਜਦੋਂ ਕੋਵਿਡ-19 ਦੀ ਗੱਲ ਕਰਦੇ ਆ, ਮਹਾਮਾਰੀ ਦੀ ਗੱਲ ਕਰਦੇ ਆ, ਤੁਸੀਂ ਆਪਣੀ ਜ਼ਿੰਦਗੀ 'ਚ ਪਹਿਲਾਂ ਵੀ ਕਿਸੇ ਇਹੋ ਜਿਹੇ ਹਾਲਾਤ ਦਾ ਸਾਹਮਣਾ ਕੀਤਾ? ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਪਹਿਲੀ ਵਾਰੀ ਕੁਝ ਇਹੋ ਜਿਹਾ ਦੇਖ ਰਹੀ ਹਾਂ ਕਿ ਇੰਨੇ ਬਿਗ ਲੈਵਲ ਤੇ ਅਸੀਂ ਮਨੁੱਖ ਜਿਹੜੇ ਆ ਡਰ ਗਏ ਆ, ਇੱਕ ਕਿਸਮ ਦਾ ਕਹਿ ਲਓ ਕਿ ਘਰਾਂ 'ਚ ਬੰਦ ਹੋ ਗਏ ਆ। ਤੁਸੀਂ ਆਪਣੇ ਪਿਛੋਕੜ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਤੁਸੀਂ ਕੁਝ ਇਹੋ ਜਿਹਾ ਦੇਖਿਆ ਪਹਿਲਾਂ? ਨਹੀਂ ਜੀ, ਇਹ ਸਿਚੁਏਸ਼ਨ ਬਿਲਕੁਲ ਯੂਨੀਕ ਸਿਚੁਏਸ਼ਨ ਹੈ for number of reasons। ਇੱਕ ਤਾਂ ਇਹ ਹੈ ਕਿ ਇਹ ਸਿਚੁਏਸ਼ਨ ਕਿਸੇ ਰੀਜਨ, ਸਟੇਟ, ਕੰਟਰੀ ਤੱਕ ਲਿਮਿਟਡ ਨਹੀਂ ਜੀ, ਇਹ ਯੂਨੀਵਰਸਲ ਗਲੋਬਲ ਲੈਵਲ ਤੇ ਹੈ ਜੀ। ਔਰ ਜ਼ਿਆਦਾਤਰ ਲੋਕੀ ਇਸ ਤਰ੍ਹਾਂ ਦੇ ਨੇ ਕਿ ਉਹਨਾਂ ਦੀ ਉਮਰ ਦੇ ਵਿੱਚ ਇਸ ਲੈਵਲ ਤੇ ਕਦੀ ਕੋਈ ਸਿਚੁਏਸ਼ਨ ਨਹੀਂ ਹੋਈ। ਪਿੱਛੇ ਕੁਝ ਸਾਲ ਪਹਿਲਾਂ ਜਿਸ ਤਰ੍ਹਾਂ ਸਾਰਸ ਵਗੈਰਾ ਚੱਲਿਆ, ਉਹਦੇ ਨਾਲ ਕਾਫੀ ਜਾਨੀ ਨੁਕਸਾਨ ਹੋਇਆ ਲੋਕਾਂ ਦਾ, ਪਰ ਉਹ ਬੜਾ ਲਿਮਿਟਡ ਲੈਵਲ ਤੇ ਰਿਹਾ, ਲਿਮਿਟਡ ਲੋਕੇਸ਼ਨਸ ਤੇ ਰਿਹਾ। ਇਹ ਸਿਚੁਏਸ਼ਨ ਜਿਹੜੀ ਹੈ ਹਰ ਸਿਟੀ, ਟਾਊਨ, ਹਰ ਕਮਿਊਨਿਟੀ ਦੇ ਵਿੱਚ ਹੈ। ਇਸ ਵਾਸਤੇ ਇਹ ਐਕਸਪੀਰੀਅੰਸ ਜਿਹੜਾ ਮੇਰੇ ਖਿਆਲ ਵਿੱਚ ਕਿਸੇ ਦੀ ਲਾਈਫ ਵਿੱਚ ਨਹੀਂ ਹੋਇਆ, ਸਾਡੀ ਲਾਈਫ 'ਚ ਨਹੀਂ ਹੋਇਆ ਜੀ। ਡਾਕਟਰ ਪ੍ਰੇਮ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਕਾਫੀ ਅਰਸੇ ਹੋ ਗਏ ਤੁਹਾਨੂੰ ਪੰਜਾਬ ਛੱਡਿਆ ਔਰ ਤੁਸੀਂ ਬੜੇ ਲੰਬੇ ਅਰਸੇ ਤੋਂ USA ਦੇ ਵਿੱਚ ਰਹਿ ਰਹੇ ਹੋ, ਔਰ ਮੈਂ ਜਾਣਨਾ ਚਾਹੂੰਗੀ ਕਿ ਲਿਖਣ ਦਾ ਤੁਹਾਨੂੰ ਸ਼ੌਂਕ
ਪੰਜਾਬ ਤੋਂ ਤੁਸੀਂ ਨਾਲ ਲੈ ਕੇ ਹੀ ਇੱਥੇ ਆਏ ਸੀ, ਤੇ ਕਿੰਨੀਆਂ ਕੁ ਕਿਤਾਬਾਂ ਹੁਣ ਤੱਕ ਤੁਸੀਂ ਆਪਣੇ ਪਾਠਕਾਂ ਦੀ ਝੋਲੀ ਪਾ ਚੁੱਕੇ ਹੋ ਜੀ? ਇਸ ਤਰ੍ਹਾਂ ਜੀ ਕਿ ਮੈਂ ਲਿਖਣਾ ਸ਼ੁਰੂ ਕੀਤਾ ਸੀ 14-15 ਸਾਲ ਦੀ ਏਜ ਵਿੱਚ। 15 ਸਾਲ ਵਿੱਚ ਜਦੋਂ ਮੈਂ ਹਾਈ ਸਕੂਲ ਵਿੱਚ ਸੀ ਤੇ ਮੈਨੂੰ ਯਾਦ ਹੈ ਮੇਰੀ ਪਹਿਲੀ ਨਜ਼ਮ ਪੰਜਾਬੀ ਦੇ ਅਜੀਤ ਅਖਬਾਰ ਦੇ ਵਿੱਚ ਛਪੀ ਸੀ। ਵਾਹ ਉਸ ਜੀ ਤੋਂ ਬਾਅਦ ਇੱਕ ਪੰਜਾਬੀ ਦੇ ਬਹੁਤ ਪੁਰਾਣੇ ਸਾਹਿਤਕਾਰ ਸਿਆਸਤਦਾਨ ਬਾਅਦ ਵਿੱਚ ਬਣ ਗਏ ਸੀ, ਗਿਆਨੀ ਗੁਰਮੁਖ ਸਿੰਘ ਮੁਸਾਫਰ। ਉਹਨਾਂ ਨਾਲ ਮੇਲ ਹੋਇਆ ਤੇ ਉਹਨਾਂ ਨੇ ਬਹੁਤ ਐਨਕਰੇਜ ਕੀਤਾ। ਉਹਨਾਂ ਦਾ ਮੈਗਜ਼ੀਨ ਛਪਦਾ ਸੀ ਅੰਮ੍ਰਿਤਸਰ ਤੋਂ, ਕਹਾਣੀ, ਤੇ ਉਹਦੇ ਵਿੱਚ ਮੇਰੀਆਂ ਕਵਿਤਾਵਾਂ ਛਪਣ ਲੱਗੀਆਂ। ਸੋ 1965-66 ਦੇ ਵਿੱਚ ਮੇਰੀ ਪਹਿਲੀ ਕਿਤਾਬ ਜਿਹੜੀ ਸੀ ਮਿੱਟੀ ਦੇ ਮਾਨਸ ਛਪੀ ਸੀ। ਉਹਦੇ ਬਾਅਦ 2 ਸਾਲ ਦੇ ਬਾਅਦ ਜਦੋਂ ਕਿ ਮੈਂ 23 ਸਾਲ ਦਾ ਸੀ ਤੇ ਮੇਰੀ ਦੂਸਰੀ ਕਿਤਾਬ 23 ਕਵਿਤਾਵਾਂ ਦੇ ਹੇਠਾਂ ਛਪੀ ਜੀ। ਪਰ 1970 ਵਿੱਚ ਮੈਂ ਇੱਥੇ ਆ ਗਿਆ ਔਰ ਮੈਂ ਯੂਨੀਵਰਸਿਟੀ ਆਫ ਆਈਡਾਹੋ ਚ ਆਇਆ ਆਪਣੀ ਹਾਇਰ ਸਟੱਡੀਜ਼ ਲਈ। ਔਰ ਇਸ ਏਰੀਏ ਵਿੱਚ ਬਹੁਤ ਘੱਟ ਇੰਡੀਅਨ ਸੀ ਉਸ ਟਾਈਮ ਤੇ। ਖਾਸ ਤੌਰ ਤੇ ਜਿਸ ਸਿਟੀ ਚ ਮੈਂ ਆਇਆ ਸੀ ਉੱਥੇ ਪੰਜਾਬੀ ਬੋਲਣ ਵਾਲੇ ਸਿਰਫ 2 ਹੀ ਬੰਦੇ ਸੀ ਜੀ। ਤਾਂ 1970 ਤੋਂ ਲੈ ਕੇ 16 ਸਾਲ ਤੱਕ 1985-86 ਤੱਕ ਮੈਂ ਕੁਝ ਨਹੀਂ ਲਿਖਿਆ ਪੰਜਾਬੀ ਦੇ ਵਿੱਚ। 1986 ਵਿੱਚ ਮੇਰੀ ਮੁਲਾਕਾਤ ਵੈਨਕੂਵਰ ਸ਼ਹਿਰ ਦੇ ਵਿੱਚ ਕੁਝ ਲੋਕਾਂ ਨਾਲ ਹੋਈ ਜਿਹੜੇ ਕਾਫੀ ਸਰਗਰਮ ਸੀ ਸਾਹਿਤ ਵਿੱਚ, ਜੋ ਪੰਜਾਬੀ ਦਾ ਪਰਚਾ ਕਰਦੇ ਸੀ ਮੈਗਜ਼ੀਨ ਵਤਨ। ਔਰ ਵਤਨ ਦੇ ਵਿੱਚ ਮੇਰੇ ਕੁਝ ਦੋਸਤ ਸੀ, ਅਮਨਪਾਲ, ਸਾਧੂ ਬਿਨਿੰਗ, ਸੁਖਵੰਤ ਹੁੰਦਲ। ਉਹਨਾਂ ਨਾਲ ਜਾਣ ਪਛਾਣ ਹੋਈ ਤੇ ਉਹਨਾਂ ਨੇ ਐਨਕਰੇਜ ਕੀਤਾ ਕਿ ਦੁਬਾਰਾ ਲਿਖਣਾ ਸ਼ੁਰੂ ਕਰੋ ਜੀ। ਫਿਰ ਮੈਂ ਇੱਥੋਂ ਦੇ ਮੈਗਜ਼ੀਨਾਂ ਦੇ ਵਿੱਚ ਲਿਖਣਾ ਸ਼ੁਰੂ ਕੀਤਾ। ਇੰਡੀਆ ਦੇ ਵਿੱਚ ਕੁਝ ਮੈਗਜ਼ੀਨ ਚੱਲਦੇ ਸੀ, ਸਿਰਜਣਾ, ਕਹਾਣੀ ਪੰਜਾਬ ਵਗੈਰਾ, ਉਹਨਾਂ ਵਿੱਚ ਜਦੋਂ ਵੀ ਟਾਈਮ ਮਿਲਦਾ ਸੀ ਭੇਜ ਦਿੰਦਾ ਸੀ ਕੋਈ ਕਵਿਤਾਵਾਂ ਵਗੈਰਾ। ਤੇ 2007 ਵਿੱਚ ਮੇਰੀ ਤੀਸਰੀ ਕਿਤਾਬ ਛਪੀ ਸੀ ਅਰਧ ਸ਼ਤਾਬਦੀ। ਉਹਦੇ ਵਿੱਚ 50 ਨਜ਼ਮਾਂ ਸੀ ਜਿਹੜੀਆਂ ਪੂਰੇ ਪਿਛਲੇ 50 ਸਾਲ ਨੂੰ ਕਵਰ ਕਰਦੀਆਂ ਸੀ ਜੀ। ਸੋ ਉਸ ਕਿਤਾਬ ਦੇ ਬਾਅਦ ਮੈਂ ਕੋਈ ਪੰਜਾਬੀ ਪੋਇਟਰੀ ਦੀ ਕਿਤਾਬ ਤਾਂ ਨਹੀਂ ਛਾਪੀ, ਪਰ ਟਾਈਮ ਜਦੋਂ ਵੀ ਮਿਲਦਾ ਕੋਈ ਨਾ ਕੋਈ ਲਿਖ ਕੇ ਮੈਂ ਭੇਜਦਾ ਰਹਿਣਾ। ਬਾਕੀ ਹੋਰ ਰੁਝਾਨੇ ਹੋ ਗਏ, ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਕਿ ਮੈਂ ਉਸ ਦੇ ਬਾਅਦ ਕੀ ਕੀਤਾ ਇੱਥੇ ਆ ਕੇ ਜੀ। ਔਰ ਤੁਸੀਂ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸ਼ਿਵ ਕੁਮਾਰ ਬਟਾਲਵੀ ਜੀ ਉਹਨਾਂ ਦੇ ਨਾਲ ਆਪਣਾ ਸਮਾਂ ਬਤੀਤ ਕੀਤਾ। ਸੋ ਥੋੜਾ ਜਿਹਾ ਸਾਨੂੰ ਉਸ ਦੇ ਬਾਰੇ ਦੱਸੋ ਕਿ ਉਹ ਕਿਵੇਂ ਸਬੱਬ ਬਣਿਆ ਸੀ ਜੀ ਤੁਹਾਡਾ? ਹਾਂਜੀ, ਉਹ ਸਬੱਬ ਇਸ ਤਰ੍ਹਾਂ ਬਣਿਆ ਕਿ 1966 ਵਿੱਚ ਮੈਂ ਬੇਰਿੰਗ ਕਾਲਜ ਬਟਾਲਾ ਇੰਗਲਿਸ਼ ਦੀ MA ਜੁਆਇਨ ਕਰ ਲਈ। ਉਸ ਟਾਈਮ ਤੋਂ ਪਹਿਲਾਂ ਸਿਰਫ ਇੰਗਲਿਸ਼ ਦੀ MA ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਜਾਂ ਗਵਰਨਮੈਂਟ ਕਾਲਜ ਲੁਧਿਆਣਾ ਵਿੱਚ ਹੀ ਹੁੰਦੀ ਸੀ। ਉਸ ਸਾਲ ਬਟਾਲੇ ਵਿੱਚ ਬੇਰਿੰਗ ਕਾਲਜ ਦੇ ਵਿੱਚ MA ਸ਼ੁਰੂ ਹੋਈ। ਮੈਂ ਉਹਦੇ ਵਿੱਚ ਦਾਖਲਾ ਲਿਆ। ਉਸ ਸਮੇਂ ਕੁਝ ਹਾਲਾਤ ਇਸ ਤਰ੍ਹਾਂ ਦੇ ਸੀ, ਮੇਰੀ ਫੈਮਿਲੀ ਪੰਜਾਬ ਤੋਂ UP ਮੂਵ ਕਰ ਗਏ ਸੀ, ਮੈਨੂੰ ਇਕੱਲਾ ਛੱਡ ਗਏ ਸੀ ਉੱਥੇ। ਕੋਈ ਸੋਰਸ ਨਹੀਂ ਸੀ ਇਨਕਮ ਦਾ, ਫਾਈਨੈਂਸ਼ੀਅਲ ਸਪੋਰਟ ਨਹੀਂ ਸੀ। ਸੋ ਕਾਫੀ ਮੁਸ਼ਕਲਾਂ ਆ ਰਹੀਆਂ ਸੀ ਤੇ ਮੈਂ ਦਾਖਲਾ ਲੈ ਲਿਆ, ਪਰ ਮੇਰੇ ਕੋਲ ਰਹਿਣ ਦੀ ਕੋਈ ਜਗ੍ਹਾ ਨਹੀਂ ਸੀ। ਤੇ ਸ਼ਿਵ ਕੁਮਾਰ ਉਸ ਟਾਈਮ ਤੇ ਬਿਲਕੁਲ ਕਾਲਜ ਤੋਂ ਵਾਕਿੰਗ ਡਿਸਟੈਂਸ ਤੇ ਇੱਕ ਕੋਠੀ ਲੈ ਕੇ ਕਿਰਾਏ ਤੇ ਇਕੱਲੇ ਰਹਿੰਦੇ ਸੀ। ਤੇ ਇੱਕ ਦਿਨ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਪੁੱਛਿਆ ਕਿ ਵੀ ਕੀ ਕਰਦਾ ਅੱਜ ਕੱਲ, ਤੂੰ ਇੰਨਾ ਉਦਾਸ ਕਿਉਂ ਲੱਗ ਰਿਹਾ ਹੈ? ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇੱਥੇ ਦਾਖਲਾ ਲੈ ਰਿਹਾ MA ਦਾ, ਪਰ ਮੇਰੇ ਕੋਲ ਰਹਿਣ ਦੀ ਜਗ੍ਹਾ ਨਹੀਂ, ਅੱਜ ਇੱਥੇ ਕੱਲ ਉੱਥੇ। ਤਾਂ ਉਹਨਾਂ ਨੇ ਫਟਾਫਟ ਕਿਹਾ ਕਿ ਮੈਂ ਇੱਥੇ ਇਕੱਲਾ ਰਹਿਣਾ ਕਾਲਜ ਦੇ ਨਾਲ, ਤੂੰ ਮੇਰੇ ਕੋਲ ਆ ਕੇ ਰਹਿ, ਮੈਨੂੰ ਕੰਪਨੀ ਮਿਲੂਗੀ। ਤੇ ਮੈਂ ਬਿਲਕੁਲ ਤਿਆਰ ਸੀ ਇਸ ਗੱਲ ਲਈ। ਸੋ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਮੈਂ ਉੱਥੇ ਰਿਹਾ ਉਹਨਾਂ ਕੋਲ। ਫਿਰ ਉਹਨਾਂ ਦੀ ਸ਼ਾਦੀ ਹੋ ਗਈ ਤੇ ਸ਼ਾਦੀ ਦੇ ਬਾਅਦ ਫਿਰ ਮੇਰੇ ਲਈ ਥੋੜਾ ਮੁਸ਼ਕਲ ਸੀ ਨਾਲ ਆਪਣੀ ਪੜ੍ਹਾਈ ਵਗੈਰਾ ਰੱਖਣੀ। ਫਿਰ ਮੈਂ ਆਪਣੇ ਇੱਕ ਹੋਰ ਦੋਸਤ ਦੇ ਨਾਲ ਚਲਾ ਗਿਆ, ਪਰ ਮੇਲ ਜੋਲ ਉਹਨਾਂ ਨਾਲ ਰਿਹਾ। ਉਹਦੇ ਬਾਅਦ 1968 ਤੱਕ ਉੱਥੇ ਰਹੇ ਬਟਾਲੇ, ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਸੀ। ਤੇ ਉਹ ਕਦੀ ਕਦੀ ਆ ਜਾਂਦੇ ਸੀ ਕਾਲਜ ਮਿਲਣ ਵਾਸਤੇ। ਫਿਰ ਜਦੋਂ ਵਾਪਸ ਚਲੇ ਗਏ ਉੱਥੇ ਚੰਡੀਗੜ੍ਹ, ਤੇ ਮੇਰਾ ਉਹਨਾਂ ਨਾਲ ਆਉਣ ਜਾਣ ਉਸ ਤਰ੍ਹਾਂ ਹੀ ਬਣਿਆ ਰਿਹਾ। ਸੋ ਜਦੋਂ ਵੀ ਮੈਨੂੰ ਮੌਕਾ ਮਿਲਦਾ ਸੀ ਮੈਂ ਚੰਡੀਗੜ੍ਹ ਜਾਂਦਾ ਸੀ। ਇੱਥੋਂ ਤੱਕ ਕਿ ਮਈ 1970 ਵਿੱਚ ਜਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਅਮਰੀਕਾ ਦੇ ਵਿੱਚ ਐਡਮਿਸ਼ਨ ਮਿਲੀ ਆ PhD ਕਰਨ ਵਾਸਤੇ,
ਤੇ ਉਹਨਾਂ ਦੇ ਘਰ ਜਦੋਂ ਮੈਂ ਦੱਸਣ ਗਿਆ ਤੇ ਮੇਰੀ ਅੰਗੇਜਮੈਂਟ ਦੀ ਜਿਹੜੀ ਸੈਰੇਮਨੀ ਤਾਂ ਨਹੀਂ ਕਹੋ, ਪਰ ਉਹਦੀ ਜਿਹੜੀ ਫਾਈਨਲਾਈਜੇਸ਼ਨ ਸੀ ਉਹਨਾਂ ਦੇ ਘਰ ਹੀ ਹੋਈ ਸੀ। ਅੱਛਾ ਜੀ। ਹਾਂਜੀ, ਤੇ ਮੇਰੀ ਫਿਊਚਰ ਵਾਈਫ ਦਾ ਬ੍ਰਦਰ ਮਿਲਣ ਵਾਸਤੇ ਉੱਥੇ ਆ ਚੰਡੀਗੜ੍ਹ, ਤੇ ਸ਼ਿਵ ਕੁਮਾਰ ਨੇ ਬੜੇ ਸਿਫਤਾਂ ਦੇ ਪੁੱਲ ਬੰਨ ਦਿੱਤੇ ਕਿ ਦੇਖੋ ਇਹ ਇਸ ਮੁੰਡੇ ਨੇ ਆਪਣੀ ਮਿਹਨਤ ਦੇ ਨਾਲ ਤੇ ਲਗਨ ਦੇ ਨਾਲ ਇਸ ਮੁਕਾਮ ਤੇ ਪਹੁੰਚਿਆ, ਇਹਦੇ ਕੋਈ ਐਬ ਨਹੀਂ, ਕੁਛ ਨਹੀਂ ਹੈ, ਤੇ ਉਹ ਪਾਸੋਂ ਮੋਹਰ ਲਗਾ ਦਿੱਤੀ। ਹਾਂਜੀ, ਤੇ ਫਿਰ ਮੇਰੀ ਸ਼ਾਦੀ ਹੋਈ 6 ਜੁਲਾਈ 1970 ਨੂੰ ਪਟਿਆਲੇ, ਤੇ ਸ਼ਾਮ ਨੂੰ ਸ਼ਿਵ ਕੁਮਾਰ ਆਇਆ ਉੱਥੇ ਮਿਲੇ, ਤੇ ਸਵੇਰ ਪਰ ਮੈਂ ਕਾਫੀ, ਤੁਹਾਨੂੰ ਪਤਾ ਉੱਥੇ ਸ਼ਾਦੀਆਂ ਦਾ ਇੰਨੇ ਬਿਜ਼ੀ ਸੀ, ਮੈਂ ਧਿਆਨ ਨਹੀਂ ਦੇ ਸਕਿਆ ਉਹਨਾਂ ਵੱਲ। ਸਵੇਰੇ ਉੱਠ ਕੇ ਚਲੇ ਗਏ, ਕਹਿੰਦੇ ਹੁਣ ਤੂੰ ਅਮਰੀਕਾ ਜਾਣ ਤੋਂ ਪਹਿਲਾਂ, ਮੈਂ ਅਗਸਤ ਦੇ ਮਹੀਨੇ ਵਿੱਚ ਜਾਣਾ ਸੀ ਕਿ 1 ਮਹੀਨਾ ਜਾਣ ਤੋਂ ਪਹਿਲਾਂ ਤੂੰ ਆਪਣੀ ਵਾਈਫ ਨੂੰ ਲੈ ਕੇ, ਸਵਰਨ ਨੂੰ ਲੈ ਕੇ ਚੰਡੀਗੜ੍ਹ ਜ਼ਰੂਰ ਆਉਣਾ। ਤੇ ਮੈਂ ਉਹਨੂੰ ਹਾਂ ਕੀਤੀ, ਖਾਂ ਮੈਂ ਜ਼ਰੂਰ ਆਊਂਗਾ। ਮੈਨੂੰ ਅਜੇ ਤੱਕ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਉਹਨਾਂ ਨੂੰ ਆਖਰੀ ਵਾਰੀ ਮਿਲ ਨਹੀਂ ਸਕਿਆ, ਇਹ ਸੋਚ ਕੇ ਕਿ ਮੈਂ 2 ਸਾਲਾਂ ਦੇ ਬਾਅਦ ਵਾਪਸ ਆ ਜਾਣਾ। ਉਹ 2 ਸਾਲ 16 ਸਾਲਾਂ 'ਚ ਬਦਲ ਗਏ, 14 ਸਾਲਾਂ ਦੇ ਵਿੱਚ। ਮੈਂ 14 ਸਾਲਾਂ ਦੇ ਬਾਅਦ ਇੰਡੀਆ ਗਿਆ, ਤੇ ਉਹਦੇ ਉਸ ਟਾਈਮ ਤੇ ਤਾਂ 1973 ਮਈ ਦੇ ਵਿੱਚ ਪਤਾ ਲੱਗਿਆ ਕਿ ਸ਼ਿਵ ਕੁਮਾਰ ਇਸ ਦੁਨੀਆ 'ਚ ਨਹੀਂ ਰਹੇ। ਪਰ ਉਹਨਾਂ ਦੀ ਫੈਮਿਲੀ ਜੀ, ਤੁਸੀਂ ਕਦੀ ਫੋਨ ਦੇ ਰਾਹੀਂ ਜਾਂ ਚਿੱਠੀ ਦੇ ਰਾਹੀਂ ਕਦੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬਿਲਕੁਲ ਹੀ ਨਹੀਂ ਗੱਲ ਹੋਈ ਤੁਹਾਡੀ ਉਹਨਾਂ ਨਾਲ ਕਦੀ? ਨਹੀਂ, ਗੱਲ ਨਹੀਂ ਹੋਈ, ਕਿਉਂਕਿ ਉਹ 2 ਸਾਲ ਮੇਰੇ ਲਈ ਬਹੁਤ ਹੀ ਸਟਰਗਲ ਦੇ ਦਿਨ ਸੀ। ਤਾਂ ਮੇਰਾ ਮਜ਼ਮੂਨ ਜਿਹੜਾ ਮੈਂ ਚੁਣਿਆ ਸੀ ਇੰਗਲਿਸ਼ ਲਿਟਰੇਚਰ, ਤੁਹਾਨੂੰ ਪਤਾ ਹੀ ਹੈ ਇੰਡੀਆ ਦੀ ਇੰਗਲਿਸ਼ ਤੋਂ ਫਿਰ ਇੱਥੇ ਆ ਕੇ ਆਉਣਾ, ਨਵਾਂ ਮੁਲਕ, ਸਾਰੀਆਂ ਇਹ ਸਮੱਸਿਆਵਾਂ ਜਿਹੜੀਆਂ ਸੀ ਉਹਨਾਂ ਕਰਕੇ ਮੈਨੂੰ ਇਸ ਗੱਲ ਦਾ ਟਾਈਮ ਹੀ ਨਹੀਂ ਮਿਲਿਆ ਕਿ ਮੈਂ ਉਹਨਾਂ ਨੂੰ ਕੁਝ ਲਿਖਾਂ, ਇਹ ਸੋਚ ਕੇ ਕਿ ਮੈਂ 2 ਸਾਲਾਂ ਬਾਅਦ ਵਾਪਸ ਚਲੇ ਜਾਣਾ। ਨਹੀਂ ਜਾ ਸਕਿਆ 2 ਸਾਲਾਂ ਬਾਅਦ। ਸੋ ਉਹਨਾਂ ਨਾਲ ਉਹਦੇ ਬਾਅਦ ਕੋਈ ਗੱਲਬਾਤ ਨਹੀਂ। ਉਹਨਾਂ ਬਾਰੇ ਪਤਾ ਲੱਗਦਾ ਰਿਹਾ, ਦੋਸਤ ਲਿਖਦੇ ਸੀ ਚਿੱਠੀਆਂ, ਇੰਗਲੈਂਡ ਤੋਂ ਜਦੋਂ ਲੰਡਨ ਗਏ ਉਹਨਾਂ ਦੇ ਲੰਡਨ ਦੀ ਫੇਰੀ ਬਾਰੇ ਲਿਖਦੇ ਰਹੇ, ਤੇ ਮੈਂ ਇਹੀ ਸੋਚਿਆ ਕਿ ਮੈਂ 2 ਸਾਲ ਬਾਅਦ ਜਾ ਕੇ ਉਹਨਾਂ ਨੂੰ ਮਿਲੂੰਗਾ। ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ ਉਦੋਂ। ਜੀ, ਉਹਨਾਂ ਦੇ ਪਰਿਵਾਰ ਦੇ ਨਾਲ, ਕਿਸੇ ਜੀ ਦੇ ਨਾਲ ਕਦੇ ਤੁਹਾਡਾ ਰਾਬਤਾ ਕਾਇਮ ਹੋਇਆ? ਕਿਸੇ ਦੇ ਨਾਲ ਗੱਲਬਾਤ ਕਦੇ ਕੀਤੀ? ਹਾਂਜੀ ਹਾਂਜੀ, ਬਿਲਕੁਲ ਹੋਇਆ। ਇਹ ਗੱਲ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਸ਼ਿਵ ਕੁਮਾਰ ਦੀ ਹੋਣ ਵਾਲੀ ਪਤਨੀ ਅਰੁਣਾ ਨੂੰ ਮਿਲਣ ਵਾਲਾ ਮੈਂ ਪਹਿਲਾ ਇਨਸਾਨ ਸੀ। ਸ਼ਾਦੀ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਭੇਜਿਆ ਕਿ ਉਹ ਪਠਾਨਕੋਟ ਨੇ ਤੇ ਉਹਨਾਂ ਨਾਲ ਗੱਲਬਾਤ ਕਰ, ਪਤਾ ਕਰੋ ਕਿ ਕਿਸ ਤਰ੍ਹਾਂ ਦੇ ਉਹ ਅਰੇਂਜਮੈਂਟ ਕਰਦੇ ਨੇ। ਸੋ ਮੈਂ ਅਰੁਣਾ ਨੂੰ ਸ਼ਾਦੀ ਤੋਂ ਪਹਿਲਾਂ ਮਿਲਿਆ ਸੀ। ਵਾਹ ਜੀ ਵਾਹ। ਤੇ ਫਿਰ ਉਹ ਇਕੱਠੇ ਰਹੇ, ਤੇ ਉਹ ਮੈਨੂੰ ਆਪਣੀ ਫੈਮਿਲੀ ਦਾ ਇੱਕ ਮੈਂਬਰ ਸਮਝਦੇ ਸੀ, ਇਹ ਨਹੀਂ ਕਿ ਸ਼ਿਵ ਕੁਮਾਰ ਦਾ ਦੋਸਤ ਹੈ। ਸੋ ਉਹਨਾਂ ਦੀ ਲੜਕੀ ਪੂਜਾ ਦਾ ਜਨਮ ਚੰਡੀਗੜ੍ਹ ਹੋਇਆ ਸੀ। ਉਸ ਤੋਂ ਪਹਿਲਾਂ ਲੜਕੇ ਦਾ ਮਿਹਰਬਾਨ ਦਾ ਬਟਾਲੇ ਹੋਇਆ ਸੀ। ਤੇ ਜਦੋਂ ਮੈਂ ਆਇਆ ਉਦੋਂ ਬਹੁਤ ਛੋਟੇ ਛੋਟੇ ਬੱਚੇ ਸੀ 1970 ਦੇ ਵਿੱਚ। ਤੇ ਕੁਝ ਸਾਲ ਪਹਿਲਾਂ ਮੈਨੂੰ ਇੱਕ ਈਮੇਲ ਆਈ ਕਿ ਮੇਰੀ ਮੰਮੀ ਇੱਥੇ ਆਏ ਨੇ ਸ਼ਿਕਾਗੋ, ਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਮੈਨੂੰ ਬਹੁਤ ਹੈਰਾਨੀ ਹੋਈ। ਤੇ ਉਹ ਈਮੇਲ ਪੂਜਾ ਨੇ ਭੇਜੀ ਸੀ ਕਿ ਜਦੋਂ ਦੇ ਮੇਰੇ ਮੰਮੀ ਆਏ ਉਦੋਂ ਦੇ ਇਹ ਮੈਨੂੰ ਕਹਿ ਰਿਹਾ ਕਿ ਪ੍ਰੇਮ ਦਾ ਪਤਾ ਕਰਕੇ ਉਹ ਕਿੱਥੇ ਆ ਅਮਰੀਕਾ ਦੇ ਵਿੱਚ। ਤੇ ਇੰਟਰਨੈਟ ਦੇ ਥਰੂ ਪੂਜਾ ਨੇ ਮੈਨੂੰ ਟਰੈਕ ਡਾਊਨ ਕਰ ਲਿਆ। ਫਿਰ ਮੈਂ ਗਿਆ ਉੱਥੇ ਸ਼ਿਕਾਗੋ ਉਹਨਾਂ ਨੂੰ ਮਿਲਣ ਵਾਸਤੇ, ਬਹੁਤ ਖੁਸ਼ ਹੋਏ। ਉਹਦੇ ਬਾਅਦ ਫਿਰ ਉਹ ਆਏ 2 ਸਾਲਾਂ ਦੇ ਬਾਅਦ। ਫਿਰ ਮੈਂ ਆਪਣੀ ਵਾਈਫ ਨੂੰ ਲੈ ਕੇ ਗਿਆ ਕਿਉਂਕਿ ਉਹਨਾਂ ਨੇ ਉਹ ਕਦੀ ਮਿਲੇ ਨਹੀਂ ਸੀ। ਤੇ ਪੂਜਾ ਦੀਆਂ 2 ਲੜਕੀਆਂ ਨੇ। ਸੋ ਉਹਨਾਂ ਨਾਲ ਇੰਟਰਨੈਟ ਈਮੇਲ ਵਗੈਰਾ ਤੇ ਜ਼ਿਆਦਾਤਰ ਗੱਲ ਹੁੰਦੀ ਰਹਿੰਦੀ ਹੈ, ਕਦੀ ਕਦਾਈ ਫੋਨ ਤੇ ਉਹਨਾਂ ਦਾ ਲੜਕਾ ਮਿਹਰਬਾਨ ਕੈਲਗਰੀ ਰਹਿੰਦਾ ਹੈ ਕੈਨੇਡਾ, ਪਰ ਮੇਰੀ ਅਜੇ ਤੱਕ ਉਹਦੇ ਨਾਲ ਮੁਲਾਕਾਤ ਨਹੀਂ ਹੋ ਸਕੀ। ਜੀ, ਤੇ ਤੁਸੀਂ ਡਾਕਟਰ ਪ੍ਰੇਮ ਆਪਣੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰੋਗੇ ਜੀ? ਕੋਈ ਕਵਿਤਾ ਸਾਨੂੰ ਸੁਣਾਓਗੇ? ਜ਼ਰੂਰ ਜ਼ਰੂਰ। ਮੈਂ ਅੱਜ ਕੱਲ੍ਹ ਯਾਦਾਸ਼ਤ ਇਸ ਤਰ੍ਹਾਂ ਦੀ ਥੋੜ੍ਹੀ ਹੋ ਜਾਂਦੀ ਹੈ ਨਾ, ਸੋ ਥੋੜਾ ਮੈਨੂੰ ਇਹਦੀ ਜ਼ਰੂਰਤ ਪੈਂਦੀ ਹੈ ਕਿਤਾਬ ਦੀ। ਜ਼ਰੂਰ, ਕੋਈ ਨਹੀਂ ਜੀ। ਹਾਂਜੀ, ਇਹ ਇੱਕ ਨਜ਼ਮ ਮੈਂ ਲਿਖੀ ਸੀ ਇੰਡੀਆ ਪਾਕਿਸਤਾਨ ਬਾਰੇ। ਜੀ, ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਇੱਕ ਬਾਉਂਡਰੀ ਬਣ ਗਈ ਹੈ,
ਉਹ ਕਿਸ ਤਰ੍ਹਾਂ ਬਣਦੀ ਹੈ। ਔਰ ਤੁਹਾਨੂੰ ਇਸ ਗੱਲ ਬਾਰੇ ਪਤਾ ਹੋਵੇਗਾ ਕਿ ਸ਼ਿਵ ਕੁਮਾਰ ਦੀ ਜਿਹੜੀ ਉਹਦਾ ਸਟੇਟਸ ਹੈ ਲਿਟਰੇਚਰ ਦੇ ਵਿੱਚ, ਉਹ ਸਿਰਫ ਇੰਡੀਆ ਵਿੱਚ ਹੀ ਨਹੀਂ, ਪਾਕਿਸਤਾਨ ਦੇ ਵਿੱਚ ਬਹੁਤ ਵੱਡਾ। ਬਿਲਕੁਲ ਜੀ, ਬਹੁਤ ਲੋਕ ਪਿਆਰ ਕਰਦੇ ਨੇ। ਮੈਂ ਆਰਟੀਕਲ ਇੱਥੇ ਨਿਕਲਦਾ ਮੈਗਜ਼ੀਨ ਲਾਹੌਰ ਤੋਂ, ਸਾਂਝ ਉਰਦੂ ਵਿੱਚ, ਉਹਦੇ ਉੱਤੇ ਲਿਖਿਆ ਸੀ ਤੇ ਬਹੁਤ ਲੋਕਾਂ ਨੇ ਕੰਟੈਕਟ ਕੀਤਾ ਕਿ ਤੁਸੀਂ ਹੋਰ ਲਿਖੋ, ਹੋਰ ਦੱਸੋ। ਸੋ ਸ਼ਿਵ ਕੁਮਾਰ ਬਾਰੇ ਮੈਂ ਪਹਿਲੇ 15-16 ਸਾਲ ਬਿਲਕੁਲ ਕੁਝ ਨਹੀਂ ਲਿਖਿਆ, ਇਸ ਲਈ ਕਿ ਜਿਸ ਸ਼ਖਸ ਨਾਲ ਤੁਸੀਂ ਇੰਨਾ ਟਾਈਮ ਬਿਤਾਇਆ ਵੇ, ਇੰਨਾ ਇੰਟੀਮੇਟਲੀ, ਤੁਹਾਡੇ ਲਈ ਆਬਜੈਕਟਿਵ ਰਹਿਣਾ ਬੜਾ ਮੁਸ਼ਕਿਲ ਹੈ। ਤਾਂ ਮੇਰੇ ਐਸੀ ਗੱਲ ਨਾ ਲਿਖੀ ਜਾਵੇ। ਪਰ ਫਿਰ ਤੁਹਾਡੇ ਇੱਥੇ ਵਤਨ ਮੈਗਜ਼ੀਨ ਨੇ ਸਭ ਤੋਂ ਪਹਿਲਾਂ ਮੈਨੂੰ ਇਹ ਪ੍ਰੇਰਨਾ ਦਿੱਤੀ ਕਿ ਨਹੀਂ, ਜ਼ਰੂਰ ਸ਼ੇਅਰ ਕਰਨਾ। ਸੋ ਪਹਿਲਾ ਆਰਟੀਕਲ ਵਤਨ ਛਪਿਆ ਸੀ, ਉਹਦੇ ਬਾਅਦ ਫਿਰ ਹੋਰ ਕਾਫੀ ਮੈਗਜ਼ੀਨਾਂ ਵਿੱਚ ਛਪਿਆ। 2 ਕਿਤਾਬਾਂ ਲੇਟਲੀ, ਇੱਕ ਇਹ ਆਈ ਸੀ ਸ਼ਿਵ ਕੁਮਾਰ ਜੀਵਨ ਤੇ ਯਾਦਾਂ, ਉਹਦੇ ਵਿੱਚ ਸੀ 2 ਸਾਲ ਪਹਿਲਾਂ ਇੱਕ ਬਹੁਤ ਅੱਛੀ ਕਲੈਕਸ਼ਨ ਆਈ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਬਟਾਲਵੀ, ਇੱਕ ਹਸੀਨ ਦਾਸਤਾਨ, ਇਹਦੇ ਵਿੱਚ ਵੀ ਹੈ। ਸੋ ਪਾਕਿਸਤਾਨ ਦੇ ਨਾਲ ਸਾਡਾ, ਅਸੀਂ ਪੰਜਾਬੀ ਇਸ ਸਾਈਡ ਤੇ ਬੋਲਦੇ ਹਾਂ, ਉਹ ਪੰਜਾਬੀ ਦੂਜੀ ਸਾਈਡ ਤੇ ਥੋੜੇ ਜਿਹੇ ਡਿਫਰੈਂਟ ਲਹਿਜੇ ਨਾਲ ਬੋਲਦੇ ਆ। ਇਹ ਨਜ਼ਮ, ਛੋਟੀ ਜੀ ਨਜ਼ਮ ਲਿਖੀ ਸੀ ਇੰਡੀਆ ਪਾਕਿਸਤਾਨ ਬਾਰੇ। ਸਾਂਝੀ ਕਰੋ ਜੀ ਸਾਡੇ ਨਾਲ। ਹਾਂਜੀ। ਸਰਹੱਦ ਦੇ ਇਸ ਪਾਰ ਦੀ ਮਿੱਟੀ ਮੇਰੀ ਹੈ, ਸਰਹੱਦ ਦੇ ਇਸ ਪਾਰ ਦੀ ਮਿੱਟੀ ਮੇਰੀ ਹੈ, ਸਰਹੱਦ ਦੇ ਉਸ ਪਾਰ ਦੀ ਮਿੱਟੀ ਤੇਰੀ ਹੈ। ਮਿੱਟੀ ਵੰਡੀ ਗਈ। ਆਥਣ ਵੇਲੇ ਤੇਰੇ ਚੁੱਲ੍ਹੇ ਧੂਆਂ ਉੱਠਦਾ ਹੈ, ਆਥਣ ਵੇਲੇ ਤੇਰੇ ਚੁੱਲ੍ਹੇ ਧੂਆਂ ਉੱਠਦਾ ਹੈ, ਕੱਚੇ ਕੋਠੇ ਰਾਤ ਭਰ ਧੁਖਦੀ ਅੱਖ ਮੇਰੀ ਹੈ, ਕੱਚੇ ਕੋਠੇ ਰਾਤ ਭਰ ਧੁਖਦੀ ਅੱਖ ਮੇਰੀ ਹੈ। ਮੈਂ ਵਿਹੜੇ ਚੋਂ ਸੁੱਕੇ ਪੱਤੇ ਇਕੱਠੇ ਕਰਦਾ ਹਾਂ, ਮੈਂ ਵਿਹੜੇ ਚੋਂ ਸੁੱਕੇ ਪੱਤੇ ਇਕੱਠੇ ਕਰਦਾ ਹਾਂ, ਤੇਰੀ ਜੂਹ ਵਿੱਚ ਜਦ ਵੀ ਵਗੀ ਹਨੇਰੀ ਹੈ, ਜੂਹ ਵਿੱਚ ਜਦ ਵੀ ਵਗੀ ਹਨੇਰੀ ਹੈ। ਸ਼ਾਇਦ ਤੇਰੇ ਸੀਨੇ ਵੀ ਕੋਈ ਚੀਜ਼ ਪਈ ਹੈ, ਸ਼ਾਇਦ ਤੇਰੇ ਸੀਨੇ ਵੀ ਕੋਈ ਚੀਜ਼ ਪਈ ਹੈ, ਜਦ ਮੇਰੀ ਇੱਕ ਅੱਖ ਨੇ ਅੱਥਰ ਘੇਰੀ ਹੈ, ਜਦ ਮੇਰੀ ਅੱਖ ਨੇ ਇੱਕ ਅੱਥਰ ਘੇਰੀ ਹੈ, ਸ਼ਾਇਦ ਤੇਰੇ ਸੀਨੇ ਵੀ ਕੋਈ ਚੀਜ਼ ਪਈ ਹੈ। ਤੇਰੇ ਗਲੀ ਮੁਹੱਲੇ ਜਦ ਸ਼ਹਿਨਾਈ ਵੱਜਦੀ ਹੈ, ਇਹ ਗਲੀ ਮੁਹੱਲੇ ਜਦ ਸ਼ਹਿਨਾਈ ਵੱਜਦੀ ਹੈ, ਮੈਂ ਝਾਂਜਰ ਦੀ ਛਮਛਮ ਪੌਣਾ ਵਿੱਚ ਖਲੇਰੀ ਹੈ, ਝਾਂਜਰ ਦੀ ਛਮਛਮ ਪੌਣਾ ਵਿੱਚ ਖਲੇਰੀ ਹੈ। ਆ ਫਰਿਆਦ ਦਾ ਤੇਸਾ ਬਣ ਕੇ ਤੋੜ ਦਈਏ, ਆ ਫਰਿਆਦ ਦਾ ਤੇਸਾ ਬਣ ਕੇ ਤੋੜ ਦਈਏ, ਇਹ ਦੀਵਾਰ ਪਹਾੜ ਨਹੀਂ ਰੇਤ ਦੀ ਢੇਰੀ ਹੈ। ਕਿਆ ਬਾਤ ਹੈ। ਦੀਵਾਰ ਪਹਾੜ ਨਹੀਂ ਰੇਤ ਦੀ ਢੇਰੀ ਹੈ। ਇੱਕ ਹੋਰ ਨਜ਼ਮ ਵਿੱਚ ਮੈਂ 2 ਲਾਈਨਾਂ ਲਿਖੀਆਂ ਸੀ। ਜੋ ਕਾਗਜ਼ ਤੇ ਖਿੱਚੀਆਂ ਸੀ ਲੀਕਾਂ ਕਿਸੇ, ਜੋ ਕਾਗਜ਼ ਤੇ ਖਿੱਚੀਆਂ ਸੀ ਲੀਕਾਂ ਕਿਸੇ, ਬਣ ਗਈਆਂ ਪੱਥਰਾਂ ਤੇ ਲਕੀਰਾਂ ਕਿਵੇਂ, ਬਣ ਗਈਆਂ ਪੱਥਰਾਂ ਤੇ ਲਕੀਰਾਂ ਕਿਵੇਂ, ਇਹ ਪਾਣੀ ਤਾਂ ਪਹਿਲਾਂ ਹੀ ਵੰਡੇ ਗਏ, ਇਹ ਹੋ ਗਈ ਲੀਰਾਂ ਲੀਰਾਂ ਕਿਵੇਂ। ਵਾਹ ਜੀ ਵਾਹ। ਜਦੋਂ ਅਸੀਂ ਗੱਲ ਕਰਦੇ ਹਾਂ ਲਿਖਤਾਂ ਦੀ, ਤੇ ਤੁਹਾਡੀਆਂ ਲਿਖਤਾਂ ਵੀ ਇੱਕ ਬੜਾ ਅੱਛਾ ਮੈਸੇਜ ਛੱਡਦੀਆਂ ਆ, ਔਰ ਵਾਕਈ ਬੇਸ਼ੱਕ ਅਸੀਂ ਸਰਹੱਦ ਦੇ ਇੱਧਰਲੇ ਪਾਸੇ ਆ ਜਾਂ ਉੱਧਰਲੇ ਪਾਸੇ ਆ ਰਹੇ ਹਾਂ ਚਾਹੇ ਪਾ ਰਹੇ ਹਾਂ, ਪਰ ਸਾਡੀ ਬੋਲੀ ਇੱਕ ਆ, ਸਾਡਾ ਪਹਿਰਾਵਾ, ਸਾਡਾ ਖਾਣ ਪੀਣ, ਸਾਡਾ ਪਿਆਰ। ਔਰ ਜਦੋਂ ਜਿਹੜੇ ਬਜ਼ੁਰਗ ਬਾਹਰ ਚੋਂ ਆਏ ਸੀ, ਮੂਵ ਹੋ ਕੇ ਆਏ ਸੀ, ਉੱਥੋਂ ਆਪਣਾ ਘਰ-ਬਾਰ ਛੱਡ ਕੇ ਆਏ ਸੀ, ਜਾਂ ਜਿਹੜੇ ਇੱਧਰੋਂ ਪੰਜਾਬ ਵੱਲੋਂ ਉੱਧਰ ਗਏ ਸੀ, ਸਾਰਾ ਕੁਛ ਆਪਣਾ ਛੱਡ ਕੇ, ਅੱਜ ਵੀ ਕਿਤੇ ਨਾ ਕਿਤੇ ਉਹਨਾਂ ਦੀਆਂ ਰੂਹਾਂ ਤਾਂ ਤੜਫਦੀਆਂ ਆਪਣੀ ਧਰਤੀ ਦੇ ਲਈ, ਕਿਉਂਕਿ ਕਿਤੇੋਂ ਉੱਜੜ ਕੇ ਕਿਤੇ ਹੋਰ ਥਾਂ ਵਸਣਾ ਬੜਾ ਔਖਾ ਆ। ਬਿਲਕੁਲ ਬਿਲਕੁਲ ਠੀਕ ਗੱਲ ਕਹੀ ਤੁਸੀਂ। ਸੋ ਡਾਕਟਰ ਪ੍ਰੇਮ ਜੀ, ਬਹੁਤ ਵਧੀਆ ਤੁਹਾਡੀਆਂ ਲਿਖਤਾਂ ਆ, ਔਰ ਬਹੁਤ ਵਧੀਆ ਤੁਸੀਂ ਸਾਡੇ ਨਾਲ ਸਾਂਝੀਆਂ ਵੀ ਕੀਤੀਆਂ। ਸੋ COVID-19 ਨੂੰ ਲੈ ਕੇ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਇੱਕ ਮੁਹਿੰਮ ਚਲਾਈ ਆ ਕਿ ਅਸੀਂ ਸਰਹੱਦ ਤੋਂ ਪਾਰ ਜਿਹੜੇ ਸਾਡੇ ਰਾਈਟਰ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ, ਉਹਨਾਂ ਨੂੰ ਰੂਬਰੂ ਲੈ ਕੇ ਆਉਣਾ ਪਰਿਵਾਰਾਂ ਦੇ। ਸੋ ਤੁਸੀਂ COVID-19 ਨੂੰ ਲੈ ਕੇ ਕਿਹੜਾ ਪੋਜ਼ਿਟਿਵ ਮੈਸੇਜ ਆ ਜਿਹੜੇ ਸਾਡੇ ਪਰਿਵਾਰਾਂ ਨੂੰ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ? ਮੈਂ ਸਿਰਫ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਸ ਸਮੱਸਿਆ ਦੀ ਅਹਿਮੀਅਤ ਨੂੰ ਪਛਾਣੋ,
ਇਹਦੇ ਨਾਲ ਲੜੋ ਨਹੀਂ ਜੀ, ਇਹਨੂੰ ਨਫ਼ਰਤ ਨਹੀਂ ਕਰੋ, ਇਹਨੂੰ ਐਕਸੈਪਟ ਕਰੋ ਜੀ, ਕਿਉਂਕਿ ਜਿਸ ਤਰ੍ਹਾਂ ਕਹਿੰਦੇ ਆ ਕਿ ਹਰ ਕਲਾਊਡ ਦੀ ਇੱਕ ਸਿਲਵਰ ਲਾਈਨਿੰਗ ਹੁੰਦੀ ਹੈ। ਇਹ ਜਿਹੜੀ ਗਲੋਬਲ ਐਪੀਡੈਮਿਕ ਪੈਂਡੈਮਿਕ ਜਿਹਨੂੰ ਕਹਿੰਦੇ ਆ, ਇਹ ਸਾਡੇ ਉੱਪਰ ਆਈ ਹੈ ਜੀ, ਇਹਦਾ ਇੱਕ ਪੋਜ਼ਿਟਿਵ ਐਸਪੈਕਟ ਵੀ ਹੈ। ਉਹ ਇਹ ਹੈ ਕਿ ਇਸ ਸਮੱਸਿਆ ਨੇ ਸਾਨੂੰ ਫੋਰਸ ਕੀਤਾ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ, ਅੰਦਰਲੀ ਜ਼ਿੰਦਗੀ ਵਿੱਚ ਝਾਤ ਮਾਰੀਏ ਕਿ ਸਾਡਾ ਕੀ ਮਕਸਦ ਹੈ ਜੀ, ਸਾਡਾ ਇੱਕ ਦੂਜੇ ਨਾਲ ਐਜ਼ ਹਿਊਮਨ ਬੀਇੰਗਸ ਕੀ ਰਿਲੇਸ਼ਨਸ਼ਿਪ ਹੈ ਜੀ, ਸਾਡੀ ਕੀ ਰਿਸਪੌਂਸਿਬਿਲਿਟੀ ਹੈ ਬਾਕੀ ਹਿਊਮੈਨਿਟੀ ਦੇ ਨਾਲ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸੋਚੀਏ ਔਰ ਅਸੀਂ ਆਪਣੀ ਜ਼ਿੰਦਗੀ ਨੂੰ ਉਸ ਸੋਚ ਦੇ ਵਿੱਚ ਢਾਲੀਏ ਜੀ, ਨਾ ਕਿ ਕਿਉਂਕਿ ਜਦੋਂ ਇਹ ਸਮੱਸਿਆ ਖਤਮ ਹੀ ਹੋ ਜਾਊਗੀ, ਇਟ ਵਿਲ ਨੈਵਰ ਬੀ, ਲਾਈਫ ਵਿਲ ਨੈਵਰ ਬੀ ਦੀ ਸੇਮ। ਜੀ, ਜਿਸ ਹਾਲਾਤ ਵਿੱਚੋਂ ਅਸੀਂ ਲੰਘ ਰਹੇ ਹਾਂ ਜਾਂ ਲੰਘਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਉਹਨਾਂ ਨੇ ਸਾਡੀ ਜ਼ਿੰਦਗੀ ਨੂੰ, ਅਸੀਂ ਸੁੱਤੇ ਪਏ ਸੀ, ਸਾਡੀ ਜ਼ਿੰਦਗੀ ਨੂੰ ਹਲੂਣ ਕੇ ਜਗਾ ਦਿੱਤਾ ਜੀ, ਕਿ ਅਸੀਂ ਆਪਣੀ ਇਸ ਜ਼ਿੰਦਗੀ ਦੇ ਜਿਹੜਾ ਸਹੀ ਮਨੋਰਥ ਹੈ ਉਹ ਪਛਾਣੀਏ ਤੇ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਜੀਵੀਏ। ਜੀ, ਬਹੁਤ ਖੂਬ ਜੀ, ਤੁਹਾਡਾ ਮੈਸੇਜ ਤੇ ਬਹੁਤ ਹੀ ਦਿਲੋਂ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ। ਇਸੇ ਤਰ੍ਹਾਂ ਅਸੀਂ ਫਿਰ ਕਿਸੇ ਦਿਨ ਤੁਹਾਨੂੰ ਲੈ ਕੇ ਆਵਾਂਗੇ ਆਪਣੇ ਪਰਿਵਾਰਾਂ ਦੇ ਰੂਬਰੂ, ਪਰ ਅੱਜ ਸਮਾਂ ਦੇਣ ਦੇ ਲਈ ਬਹੁਤ ਹੀ ਧੰਨਵਾਦੀ ਹੈ ਜੀ ਤੁਹਾਡੀ। ਤੁਸੀਂ ਆਪਣਾ ਰੱਖਿਓ ਖਿਆਲ, ਫਿਰ ਇਸੇ ਤਰ੍ਹਾਂ ਹੀ ਮੁਲਾਕਾਤ ਹੋਊਗੀ ਜੀ। ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਇਹ ਸਨ ਜੀ ਸਾਡੇ ਨਾਲ ਡਾਕਟਰ ਪ੍ਰੇਮ ਕੁਮਾਰ ਜੀ, ਜਿਹੜੇ ਸਿਆਟਲ ਤੋਂ ਸਾਡੇ ਨਾਲ ਗੱਲਬਾਤ ਕੀਤੀ। ਬਹੁਤ ਹੀ ਸੁਲਝੀ ਹੋਈ ਸ਼ਖਸੀਅਤ ਆ ਤੇ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਕਿ ਸ਼ਿਵ ਕੁਮਾਰ ਬਟਾਲਵੀ ਹੁਣਾਂ ਦੇ ਨਾਲ ਇਹਨਾਂ ਦਾ ਬਿਤਾਇਆ ਹੋਇਆ ਸਮਾਂ। ਸੋ ਫਿਰ ਕਿਸੇ ਤਰ੍ਹਾਂ ਇਸੇ ਤਰ੍ਹਾਂ ਇਹਨਾਂ ਦੇ ਨਾਲ ਸਾਂਝ ਪਾਵਾਂਗੇ ਤੇ ਹੋਰ ਗੱਲਾਂ ਇਹਨਾਂ ਦੀਆਂ ਸਾਂਝੀਆਂ ਤੁਹਾਡੇ ਨਾਲ ਕਰਾਵਾਂਗੇ। ਪਰ ਅੱਜ ਸਮਾਂ ਕਹਿੰਦਾ ਅਸੀਂ ਤੁਹਾਡੇ ਤੋਂ ਇਜਾਜ਼ਤ ਲਈਏ ਤਾਂ ਕਿ ਅਸੀਂ ਅਗਲੀ ਵਾਰ ਫਿਰ ਤੁਹਾਡੇ ਰੂਬਰੂ ਹੋ ਸਕੀਏ। ਸੋ ਵਾਂਸ ਅਗੇਨ COVID-19 ਨੂੰ ਲੈ ਕੇ ਅਸੀਂ ਪੋਜ਼ਿਟਿਵ ਰਹਿਣਾ ਆ। #ਡਰੀਏ ਨਹੀਂ ਲੜੀਏ। ਖਿਆਲ ਰੱਖਿਓ ਜੀ। ਸਤਿ ਸ਼੍ਰੀ ਅਕਾਲ।